तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਪੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ, ਕਰ ਨਾਉ ਨਿਦ ਆਵੈ ਤਾਏ। ਤੇਗ ਬਹਾਦਰ ਸਿਮਰੈ, ਕਰ ਨਾਉ ਨਿਦ ਆਵੈ ਤਾਏ। ਸਭ ਥਾਈ ਹੋਏ ਸਹਾਏ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਆਪ ਸੰਗਤ ਦੇਸ਼ ਵਿਦੇਸ਼ ਵਿੱਚ ਜੁੜ ਬੈਠ ਕੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਇਤਿਹਾਸ ਸਰਵਨ ਕਰ ਰਹੇ ਹੋ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਆਓ, ਗੁਰੂ ਕੇ ਚਰਨਾਂ ਦੇ ਵਿੱਚ ਪਹਿਲਾਂ ਹਾਜ਼ਰੀ ਲਗਾਉਣਾ ਕਰੀਏ। ਮਨ ਬਿਰਤੀਆਂ ਇਕਾਗਰ ਕਰਕੇ, ਭਾਵੇਂ ਕਿਤੇ ਵੀ ਅਸੀਂ ਬੈਠੇ ਹਾਂ, ਘਰਾਂ ਦੇ ਵਿੱਚ ਬੈਠ ਕਰਕੇ ਗੁਰ ਇਤਿਹਾਸ ਸੁਣ ਰਹੇ ਹਾਂ, ਮਨ ਕਰਕੇ ਗੁਰੂ ਕੀ ਹਜ਼ੂਰੀ ਵਿੱਚ ਬੈਠਣਾ ਕਰੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਵੇਲੇ ਢਾਕੇ ਦੀ ਧਰਤੀ 'ਤੇ ਗਏ, ਇਸ ਧਰਤੀ ਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਰਨ ਪਾਏ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਥੇ ਮੰਜੀ ਥਾਪੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਭਾਈ ਅਲਮਸਤ ਜੀ ਨੇ ਇੱਥੇ ਭਾਈ ਨੱਥਾ ਜੀ ਨੂੰ ਜਿਹੜਾ ਇਸ ਸਥਾਨ 'ਤੇ ਇਸ ਇਲਾਕੇ ਦੇ ਵਿੱਚ ਪ੍ਰਚਾਰਕ ਥਾਪਿਆ। ਭਾਈ ਬੁਲਾਕੀ ਦਾਸ ਜਿਹੜੇ ਸਨ ਇਸ ਇਲਾਕੇ ਦੀ ਮਸੰਦ ਦੀ ਸੇਵਾ ਕਰਿਆ ਕਰਦੇ ਸੀ। ਸਤਿਗੁਰੂ ਮਹਾਰਾਜ ਜਿਸ ਵੇਲੇ ਪਹੁੰਚੇ, ਜਿਸ ਸਥਾਨ 'ਤੇ ਸਤਿਗੁਰੂ ਮਹਾਰਾਜ ਜੀ ਨੇ ਚਰਨ ਪਾਏ, ਉਹਨੂੰ ਕਹਿੰਦੇ ਨੇ ਸੰਗਤ ਟੋਲਾ। ਸੰਗਤ ਟੋਲੇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਚਰਨ ਪਾਉਂਦੇ ਨੇ।
ਔਰ ਇਤਿਹਾਸਕਾਰ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਪੈਰੋਕਾਰ ਹੋਣ ਕਰਕੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖੀ ਸੇਵਕੀ ਇਸ ਇਲਾਕੇ ਦੇ ਵਿੱਚ ਹੋਣ ਕਰਕੇ ਇਹ ਸੰਗਤ ਪੱਕੀ ਸੰਗਤ ਟੋਲਾ ਕਰਕੇ ਨਾਮ ਹੈ ਇਸ ਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਦੋਂ ਪਟਨੇ ਦੀ ਧਰਤੀ ਤੋਂ ਸਤਿਗੁਰੂ ਮਹਾਰਾਜ ਆਨੰਦਪੁਰ ਸਾਹਿਬ ਜਾਂਦੇ ਨੇ, ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਇੱਥੋਂ ਵਾਪਸ ਜਾਂਦੇ ਨੇ ਤੇ ਹੁਕਮ ਕਰ ਦਿੱਤਾ ਸੀ ਕਿ ਆਪ ਜੀ ਨੇ ਪੰਜਾਬ ਆ ਜਾਣਾ। ਉਸ ਵੇਲੇ ਜਿਸ ਪਾਲਕੀ ਦੇ ਵਿੱਚ ਬੈਠ ਕੇ ਗਏ, ਕੁਝ ਵਿਦਵਾਨ ਇਹ ਮੰਨਦੇ ਨੇ ਕਿ ਉਹ ਸੋਨੇ ਦੀ ਪਾਲਕੀ ਜਿਹੜੀ ਸੀ ਉਹ ਵੀ ਢਾਕੇ ਦੀ ਸੰਗਤ ਨੇ ਭੇਟ ਕੀਤੀ ਸੀ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਆਨੰਦਪੁਰ ਸਾਹਿਬ ਵਿਖੇ ਬਹੁਤ ਸਾਰਾ ਜਿਹੜਾ ਜੰਗੀ ਸਮਾਨ ਸੀ, ਸ਼ਸਤਰ ਇਤਿਆਦਿਕ ਹੋਣੇ, ਉਹ ਵੀ ਢਾਕੇ ਦੀ ਸੰਗਤ ਨੇ ਭੇਟਾ ਕਰਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜਿਸ ਵੇਲੇ ਜਾਂਦੇ ਨੇ ਇਸ ਅਸਥਾਨ ਦੇ ਉੱਤੇ, ਤੇ ਸਤਿਗੁਰੂ ਮਹਾਰਾਜ ਇਸ ਕੇਤਕ ਦਿਨ ਮਹਿ ਗੁਸਾਈ ਢਾਕੇ ਪਹੁੰਚੇ ਦਲ ਸਮੁਦਾਇ। ਸਤਿਗੁਰੂ ਮਹਾਰਾਜ ਤੇ ਨਾਲ ਗੁਰਸਿੱਖਾਂ ਦਾ ਜਿਹੜਾ ਕਾਫਲਾ ਹੈ ਉਹਦੇ ਨਾਲ ਸਤਿਗੁਰੂ ਮਹਾਰਾਜ ਢਾਕੇ ਦੀ ਧਰਤੀ ਤੇ ਪਹੁੰਚੇ। ਢਾਕੇ ਨਗਰ ਮਝਾਰ ਮਸੰਦਾ ਬਸੇ ਬੁਲਾਕੀ ਦਾਸ ਬਿਲੰਦਾ। ਬੁਲਾਕੀ ਦਾਸ ਦਾ ਨਾਮ ਦਾ ਜਿਹੜਾ ਮਸੰਦ ਹੈ ਉਹ ਢਾਕੇ ਦੇ ਵਿੱਚ ਰਹਿੰਦਾ ਹੈ। ਔਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜਦੋਂ ਗਏ, ਇਹਦੀ ਮਾਤਾ ਜਿਹੜੀ ਸੀ ਬੁਲਾਕੀ ਦਾਸ ਸੀ, ਉਹ ਬੜੀ ਪ੍ਰੇਮ ਦੇ ਵਿੱਚ ਭਿੱਜੀ ਹੋਈ ਮਾਤਾ ਸੀ। ਗੁਰਬਾਣੀ ਕੀਰਤਨ ਦਾ ਰਸ ਲੈਣਾ, ਗੁਰਬਾਣੀ ਕੀਰਤਨ ਸੰਗਤ ਕਰਨੀ, ਔਰ ਆਪਣੇ ਹੱਥਾਂ ਦੇ ਨਾਲ ਬਹੁਤ ਹੀ ਮਹੀਨ ਬਰੀਕ ਕੱਪੜਾ ਜਿਹੜਾ ਸੀ ਉਹਨੇ ਬੁਣਨਾ ਕੀਤਾ। ਉਸ ਕੱਪੜੇ ਦੇ ਸਤਿਗੁਰੂ ਮਹਾਰਾਜ ਵਾਸਤੇ ਬਸਤਰ ਬਣਾਉਣਾ ਕੀਤੇ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜਿਸ ਵੇਲੇ ਪਹੁੰਚਦੇ ਨੇ ਤੇ ਬੇਨਤੀ ਕੀਤੀ ਸੀ, ਸਤਿਗੁਰੂ ਮਹਾਰਾਜ ਆਪ ਇਹਨਾਂ ਬਸਤਰਾਂ ਨੂੰ ਅੰਗੀਕਾਰ ਕਰਨਾ ਕਰੋ। ਸਤਿਗੁਰੂ ਮਹਾਰਾਜ ਜੀ ਨੇ ਸ਼ਰਧਾ ਪੂਰਨ ਕੀਤੀ। ਬੁਲਾਕੀ ਦਾਸ ਦੀ ਮਾਤਾ ਦੇ ਵੱਲੋਂ ਭੇਟ ਕੀਤੇ ਹੋਏ ਬਸਤਰ ਸਤਿਗੁਰੂ ਮਹਾਰਾਜ ਜੀ ਨੇ ਅੰਗੀਕਾਰ ਕੀਤੇ। ਉਹਨੇ ਕੁਝ ਬੇਨਤੀਆਂ ਵੀ ਸਤਿਗੁਰੂ ਮਹਾਰਾਜ ਜੀ ਨੂੰ ਕੀਤੀਆਂ ਕਿ ਮਹਾਰਾਜ ਕਿਰਪਾ ਕਰੋ ਕਿ ਦਰਸ਼ਨ ਹੁੰਦੇ ਹੀ ਰਹਿਣ। ਸਤਿਗੁਰੂ ਮਹਾਰਾਜ ਜੀ ਨੇ ਸੁਭਾਵਕ ਕਿਹਾ ਕਿ ਹੁੰਦੇ ਹੀ ਰਹਿਣਗੇ, ਐਸਾ ਹੀ ਹੋਵੇਗਾ। ਸਤਿਗੁਰੂ ਮਹਾਰਾਜ ਜੀ ਨੂੰ ਨੇ ਪੁੱਛਿਆ ਸੀ, ਮਹਾਰਾਜ ਮੁਕਤੀ ਦਾ ਰਾਹ ਕੀ ਹੈ? ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕਰਕੇ ਮੁਕਤੀ ਦਾ ਰਾਹ ਜਿਹੜਾ ਸੀ ਮਾਤਾ ਜੀ ਨੂੰ ਦੱਸਣਾ ਕੀਤਾ, ਬੁਲਾਕੀ ਦਾਸ ਦੀ ਮਾਂ ਨੂੰ ਦੱਸਣਾ। ਦੂਸਰੇ ਪਾਸੇ ਜਿਹੜੇ ਇਲਾਕੇ ਦੇ ਪ੍ਰਚਾਰਕ ਸਨ ਭਾਈ ਨੱਥਾ ਜੀ, ਲੋਕ ਕਹਿੰਦੇ ਸਨ ਭਾਈ ਨੱਥਾ ਖਰਵਾ ਬੋਲਦੇ ਹਨ, ਗੁੱਸੇ ਦੇ ਨਾਲ ਬੋਲਦੇ ਹਨ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਪੁੱਛਿਆ ਕਿ ਭਾਈ ਨੱਥਾ ਜੀ ਆਪ ਜੀ ਸੰਗਤ ਨੂੰ ਗਾਲ ਕੱਢਦੇ ਹੋ, ਗੁੱਸੇ ਦੇ ਨਾਲ ਬੋਲਦੇ ਹੋ, ਤੇ ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਹੀ ਉਸੇ ਵੇਲੇ ਜਿਹੜੇ ਸੀ ਭਾਈ ਨੱਥੇ ਨੇ ਇਹ ਬਚਨ ਕਹਿ ਦਿੱਤੇ, ਕਹਿਣ ਲੱਗੇ ਧੀਕੇ ਰੋੜੇ। ਮਹਾਰਾਜ ਧੀਕੇ ਰੋੜੇ ਝੂਠ ਬੋਲਦੇ ਨੇ। ਇਹ ਉਸ ਇਲਾਕੇ ਦੇ ਵਿੱਚ ਧੀਕੇ ਰੋੜੇ ਦਾ ਅਰਥ ਇੱਕ ਗਾਲ ਦੇ ਵਾਂਗੂ ਵਰਤਿਆ ਜਾਂਦਾ ਸੀ ਕਿ ਬੁੱਧੀ ਦੇ ਥੋਥੇ ਨੇ ਲੋਕ ਜਿਹੜਾ ਇਹ ਝੂਠ ਆਖਦੇ ਪਏ ਨੇ। ਤੇ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਇਹ ਗਾਲ ਜਿਹੜੀ ਸੀ ਉਹ ਭਾਈ ਨੱਥੇ ਦੇ ਮੁਖ ਤੋਂ ਸੁਣੀ ਕਿ ਧੀਕੇ ਰੋੜੇ ਇਹ ਝੂਠ ਬੋਲਦੇ ਨੇ, ਥੋਥੇ ਨੇ, ਤੇ ਸਤਿਗੁਰੂ ਮਹਾਰਾਜ ਬਹੁਤ ਮੁਸਕਰਾਏ, ਹੱਸ ਪਏ ਸਤਿਗੁਰੂ ਮਹਾਰਾਜ। ਮਹਾਰਾਜ ਕਹਿੰਦੇ ਨੇ, ਨੱਥਾ ਭਾਈ ਨੱਥਾ ਤੂੰ ਸਾਡੇ ਸਾਹਮਣੇ ਹੀ ਗਾਲ ਕੱਢ ਦਿੰਦਾ ਹੈ। ਫਿਰ ਸਤਿਗੁਰੂ ਮਹਾਰਾਜ ਜੀ ਨੇ ਮੁਸਕਰਾ ਕੇ ਕਿਹਾ ਸੀ ਕਿ ਬਹੁ ਹੱਸੇ ਦਿਆਲ ਸਿੱਖਣ ਸਮਝਾਇਆ। ਮਹਾਰਾਜ ਹੱਸ ਕਰਕੇ ਤੇ ਸਿੱਖਾਂ ਨੂੰ ਸਮਝਾਉਣਾ ਕੀਤਾ, ਨੱਥੇ ਕੀ ਗਾਲ ਜਾਨੋ ਤੁਮ ਦਾਇਆ। ਇਹ ਮਹਾਰਾਜ ਜਿਵੇਂ ਬਾਣੀ 'ਚ ਵੀ ਉਪਦੇਸ਼ ਦਿੱਤਾ ਹੈ ਕਿ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਪਾਣੇ, ਕਿ ਕਈ ਵਾਰੀ ਜਿੰਦਾ ਹਿਰਦਾ ਅੰਦਰੋਂ ਟਿਕਿਆ ਹੁੰਦਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਬਾਹਰੋਂ ਬੋਲਿਆ ਜਿਹੜਾ ਜੇਕਰ ਉਹ ਕਿਤੇ ਕਬੋਲ ਵੀ ਮੂੰਹ ਦੇ ਵਿੱਚੋਂ ਨਿਕਲ ਜਾਵੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਤਾਂ ਵੀ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਬਹੁ ਹੱਸੇ ਦਿਆਲ ਸਿੱਖਣ ਸਮਝਾਇਆ। ਸਤਿਗੁਰੂ ਮਹਾਰਾਜ ਹੱਸ ਕਰਕੇ ਬਹੁ ਹੱਸੇ, ਬਹੁਤ ਖੁਸ਼ ਹੋਏ ਤੇ ਮਹਾਰਾਜ ਜੀ ਨੇ ਸਿੱਖਾਂ ਨੂੰ ਸਮਝਾਉਣਾ ਕੀਤਾ, ਨੱਥੇ ਕੀ ਗਾਲ ਜਾਨੋ ਤੁਮ ਦਾਇਆ। ਇਹ ਨੱਥੇ ਦੀ ਗਾਲ ਦੇ ਵਿੱਚ ਵੀ ਦਇਆ ਹੈ, ਕਿਉਂਕਿ ਇਹ ਹਿਰਦੇ ਦੇ ਵਿੱਚ ਇਹਦੇ 'ਚ ਸਾੜਾ ਨਹੀਂ, ਹਿਰਦੇ ਦੇ ਵਿੱਚ ਈਰਖਾ ਕਰਕੇ ਨਫ਼ਰਤ ਕਰਕੇ ਇਹ ਗਾਲ ਨਹੀਂ ਕੱਢਦਾ। ਇਹ ਹਿਰਦੇ ਸੁੱਧ ਬੈਰ ਨਹੀਂ ਜਾਣੇ, ਇਹ ਹਿਰਦੇ ਸੁੱਧ
ਇਹ ਹਿਰਦੇ ਦਾ ਮਨ ਕਰਕੇ ਸਤਿਗੁਰ ਮਹਾਰਾਜ ਕਹਿੰਦੇ ਇਹ ਸ਼ੁੱਧ ਹੈ। ਵੈਰ ਨਹੀਂ ਜਾਣੇ, ਇਹ ਵੈਰ ਕਰਨਾ ਨਹੀਂ ਜਾਣਦਾ, ਇਹਦੇ ਮਨ ਦੇ ਵਿੱਚ ਵੈਰ ਨਹੀਂ। ਮੇਰਾ ਬਚਨ ਸਤ ਕਰ ਮਾਨੇ। ਸਤਿਗੁਰ ਮਹਾਰਾਜ ਕਹਿੰਦੇ ਨੇ ਸਾਡੇ ਬਚਨਾਂ ਨੂੰ ਸਤ ਕਰਕੇ ਜਾਣੋ, ਜਿਵੇਂ ਭਾਈ ਨੱਥੇ ਨੇ ਸਤ ਕਰਕੇ ਕਮਾਉਣਾ ਕੀਤਾ ਹੈ। ਮੇਰਾ ਬਚਨ ਸਤ ਕਰ ਮਾਨੇ। ਸਤਿਗੁਰ ਮਹਾਰਾਜ ਕਹਿੰਦੇ ਮੇਰੇ ਹੁਕਮ ਨੂੰ ਇਹ ਸੱਚਾ ਕਰਕੇ ਜਾਣਦਾ ਹੈ। ਇਹ ਸੂਦਾ ਫਕੀਰ ਸੂਦੀ ਕਹੇ ਬਾਤ। ਇਹ ਸੂਦਾ ਫਕੀਰ ਸੂਦੀ ਕਹੇ ਬਾਤ। ਮਹਾਰਾਜ ਕਹਿੰਦੇ ਨੇ ਇਹ ਬਿਲਕੁਲ ਸੱਚਾ ਤੇ ਸ਼ੁੱਧ ਹੋਇਆ ਫਕੀਰ ਹੈ। ਤੇ ਜਿਹੜੀ ਵੀ ਇਹ ਬਚਨ ਕਹਿੰਦਾ ਹੈ, ਜਿਹੜੀ ਵੀ ਇਹ ਗੱਲ ਕਹਿੰਦਾ ਹੈ, ਇਹ ਸਿੱਧੀ ਸ਼ੁੱਧ ਕਹਿੰਦਾ ਹੈ, ਉਹਦੇ ਵਿੱਚ ਮਿਲਾਵਟ ਨਹੀਂ। ਬਹੁਤਾ ਮਿੱਠਾ ਬੋਲਣ ਵਾਲੇ ਕਈ ਵਾਰੀ ਬੋਲਦੇ ਤੇ ਮਿੱਠਾ ਜ਼ਰੂਰ ਨੇ, ਪਰ ਉਹਨਾਂ ਦੇ ਮਨ ਦੇ ਵਿੱਚ ਕੁਝ ਹੋਰ ਹੁੰਦਾ ਹੈ ਤੇ ਮੁਖ ਦੇ ਵਿੱਚ ਮਿੱਠੀ ਬਾਣੀ ਜਿਹੜੀ ਹੈ। ਸਤਿਗੁਰ ਮਹਾਰਾਜ ਕਹਿੰਦੇ ਨਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਹੁਣ ਮਨ ਦੇ ਵਿੱਚ ਕੁਝ ਹੋਰ ਹੋਵੇ, ਮੁਖ ਦੇ ਵਿੱਚੋਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੋਵੇ ਤੇ ਮਨ ਦੇ ਵਿੱਚ ਸੋਚਦਾ ਹੋਵੇ ਕਿ ਮੈਂ ਫਲਾਣੇ ਦਾ ਨੁਕਸਾਨ ਕਿਵੇਂ ਕਰਨਾ। ਸਤਿਗੁਰ ਮਹਾਰਾਜ ਕਹਿੰਦੇ ਨੇ ਉਹਦੇ ਨਾਲੋਂ ਤੇ ਭਾਈ ਨੱਥੇ ਦੇ ਬਚਨ ਸੁੱਧ ਨੇ, ਉਹ ਸਾਫ਼ ਨੇ, ਉਹ ਪਾਕ ਨੇ। ਇਹ ਅੰਗੀ ਸੂਧੇ ਮਾਰਗ ਜਾਤ। ਇਹ ਅੰਗੀ ਤੋਂ ਭਾਵ ਸੀ ਕਿ ਜਿਹੜਾ ਇਹਦਾ ਸਾਥ ਕਰਨਗੇ, ਜਿਹੜਾ ਭਾਈ ਨੱਥੇ ਦੀ ਸੰਗਤ ਕਰਨਗੇ, ਇਹ ਅੰਗੀ ਸੂਧੇ ਮਾਰਗ ਜਾਤ। ਇਹ ਇਹਦੇ ਸਾਥੀ ਜਿਹੜੇ ਹਨ ਉਹ ਸੱਚੇ ਮਾਰਗ ਤੇ ਚੱਲ ਪੈਣਗੇ, ਉਹਨਾਂ ਨੂੰ ਸੱਚ ਧਰਮ ਦੀ ਪ੍ਰਾਪਤੀ ਹੋ ਜਾਏਗੀ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸਤਿਗੁਰ ਮਹਾਰਾਜ ਜੀ ਨੇ ਸੰਗਤ ਦਾ ਭਰਮ ਮੇਟਣਾ ਕੀਤਾ। ਸੰਗਤ ਨੇ ਬੇਨਤੀ ਕੀਤੀ, ਮਾਤਾ ਬੁਲਾਕੀ ਦਾਸ ਦੀ ਜਿਹੜੀ ਮਾਤਾ ਹੈ ਉਹਨੇ ਫਿਰ ਸਤਿਗੁਰ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਆਪ ਕਿਰਪਾ ਕਰੋ। ਆਪ ਜੀ ਨੇ ਇਹ ਵੀ ਸਾਡਾ ਭਰਮ ਦੂਰ ਕਰ ਦਿੱਤਾ ਕਿ ਨੱਥਾ ਕੌੜਾ ਬੋਲਦਾ ਹੈ, ਤੇ ਆਪ ਜੀ ਦੇ ਬਚਨ ਹੁਣ ਸੱਤ ਨੇ ਕਿ ਜਿਹੜਾ ਇਹਦਾ ਸਾਥ ਦੇਵੇਗਾ, ਇਹਦੀ ਸੰਗਤ ਕਰੇਗਾ, ਉਹਦਾ ਵੀ ਉਧਾਰ ਹੋ ਜਾਵੇਗਾ। ਤੇ ਸਤਿਗੁਰ ਮਹਾਰਾਜ ਆਪ ਕਿਰਪਾ ਕਰੋ, ਆਪ ਮੁਕਤੀ ਦਾ ਮਾਰਗ ਸਾਨੂੰ ਬਖਸ਼ਿਸ਼ ਕਰਨਾ ਕਰੋ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਿਰ ਮੁਕਤੀ ਦਾ ਮਾਰਗ ਬਖਸ਼ਿਸ਼ ਕੀਤਾ। ਮਹਾਰਾਜ ਕਹਿੰਦੇ ਨੇ ਕੋ ਮਾਈ ਭੁੱਲਿਓ ਮਨ ਸਮਝਾਵੇ। ਮਹਾਰਾਜ ਕਹਿੰਦੇ ਨੇ ਕੋਈ ਐਸਾ ਹੋਵੇ ਜਿਹੜਾ ਭੁੱਲੇ ਹੋਏ ਮਨ ਨੂੰ ਸਮਝਾਉਣਾ ਕਰੇ। ਵੇਦ ਪੁਰਾਨ ਸਾਧ ਮਗ ਸੁਣ ਕਰ ਨਿਮਖ ਨ ਹਰ ਗੁਣ ਗਾਵੇ। ਧਾਰਮਿਕ ਗ੍ਰੰਥ ਵੇਦ ਪੁਰਾਨ ਤੋਂ ਭਾਵ ਕਿ ਧਰਮ ਦੇ ਜਿਹੜੇ ਗ੍ਰੰਥ ਨੇ ਉਹਨਾਂ ਨੂੰ ਤੇ ਸੁਣਦਾ ਹੈ। ਗੁਰਮੁਖ ਪਿਆਰਿਆਂ ਦੇ ਮੁਖ ਤੋਂ ਸਾਧ ਜਨਾਂ ਦੇ ਮਾਰਗ ਨੂੰ ਸੁਣਦਾ ਤੇ ਜ਼ਰੂਰ ਹੈ। ਵੇਦ ਪੁਰਾਨ ਸਾਧ ਮਗ ਸੁਣ ਕਰ ਨਿਮਖ ਨ ਹਰ ਗੁਣ ਗਾਵੇ। ਹੁਣ ਵੇਦ ਪੁਰਾਨ ਸਿਮਰਤ ਸ਼ਾਸਤਰ ਜੋ ਵੀ ਅਸੀਂ ਚਲੋ ਧਰਮ ਗ੍ਰੰਥ ਨੇ, ਜੋ ਵੀ ਕਿਸੇ ਵੀ ਧਰਮ ਦਾ ਗ੍ਰੰਥ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਜੀ ਚਲੋ ਅਸੀਂ ਗੱਲ ਕਰਦੇ ਹਾਂ ਕਿ ਸਤਿਗੁਰ ਮਹਾਰਾਜ ਜੀ ਦੇ 1433 ਅੰਗ ਨੇ, ਤੇ 1430 ਅੰਗ ਦੇ ਵਿੱਚੋਂ ਕੋਈ ਵੀ ਐਸਾ ਅੰਗ ਨਹੀਂ ਸਤਿਗੁਰ ਮਹਾਰਾਜ ਜੀ ਦਾ ਜਿੱਥੇ ਨਾਮ ਦੀ ਗੱਲ ਨਾ ਕੀਤੀ ਹੋਵੇ। ਕਿਸੇ ਵੱਖ-ਵੱਖ ਰੂਪਾਂ ਦੇ ਵਿੱਚ ਕੀਤੀ ਗਈ। ਕਿਤੇ ਸਤਿਗੁਰ ਮਹਾਰਾਜ ਸਿੱਧਿਆਂ ਕਹਿੰਦੇ ਆ ਕਿ ਨਾਮ ਜਪੇਗਾ ਤੇ ਜੀਵਨ ਸਫਲਾ ਹੋਏਗਾ। ਕਿਤੇ ਸਤਿਗੁਰ ਮਹਾਰਾਜ ਕੋਈ ਉਦਾਹਰਨ ਦੇ ਕਰਕੇ ਸਮਝਾਉਣਾ ਕਰਦੇ ਨੇ ਕਿ ਜਾਂ ਕੋ ਸਿਮਰ ਅਜਾਮਲ ਉਦਰਿਓ, ਜਿਵੇਂ ਅਜਾਮਲ ਉਦਰ ਗਿਆ, ਗਨਕਾ ਜਿਹੜੀ ਸੀ ਉਹ ਤਰ ਗਈ। ਸਤਿਗੁਰ ਮਹਾਰਾਜ ਉਦਾਹਰਨਾਂ ਦੇ ਕਰਕੇ ਵੀ ਸਮਝਾਉਂਦੇ ਨੇ। ਤੇ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਇਵੇਂ ਦਾ ਕੰਮ ਕਰ ਜਿੰਦੇ ਕਰਕੇ ਤੇਰਾ ਜੀਵਨ ਸਫਲਾ ਹੋ ਜਾਏ। 1430 ਅੰਗਾਂ ਨੂੰ ਜਦੋਂ ਅਸੀਂ ਪੜ੍ਹਾਂਗੇ, ਹਰ ਅੰਗ ਤੇ ਨਾਮ ਦੀ ਗੱਲ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਇੱਥੇ ਕਿਰਪਾ ਕੀਤੀ। ਵੇਦ ਪੁਰਾਨ ਸਾਧ ਮਗ ਸੁਣ ਕਰ। ਵੇਦ ਵੀ ਸੁਣੇ, ਪੁਰਾਨ ਧਾਰਮਿਕ ਗ੍ਰੰਥ ਸੁਣੇ, ਨਾਮ ਅਭਿਆਸੀਆਂ ਦੀ ਸੰਗਤ ਵੀ ਕੀਤੀ। ਪਰ ਹੁਣ ਦੇਖੋ ਸੰਗਤ ਕਰ ਲੈਣੀ ਤੋਂ ਭਾਵ ਇਹ ਨਹੀਂ ਹੁੰਦਾ ਕਿ ਉਸ ਵੇਲੇ ਉਸ ਚੀਜ਼ ਦਾ ਚਲੋ ਬਹੁਤਾ ਅਸਰ ਨਹੀਂ, ਥੋੜ੍ਹਾ ਅਸਰ ਚਲੋ ਮਨ ਨੇ ਕਬੂਲਿਆ ਜ਼ਰੂਰ। ਪਰ ਹੁਣ ਸੰਗਤ ਦੇ ਵਿੱਚ ਤੇ ਬਾਰ-ਬਾਰ ਇਹ ਗੱਲ ਆਖੀ ਜਾਂਦੀ ਹੈ ਕਿ ਅੰਮ੍ਰਿਤ ਵੇਲੇ ਉਠੋ, ਨਾਮ ਜਪੋ, ਸੇਵਾ ਕਰੋ, ਸੰਗਤ ਕਰੋ। ਪਰ ਜੇਕਰ ਸੰਗਤ ਕਰਕੇ ਆ ਕਰਕੇ ਵੀ ਮਨ ਨੇ ਸੁਣ ਵੀ ਲਿਆ, ਉਪਦੇਸ਼ ਵੀ ਉੱਥੇ ਸਰਵਣ ਕੀਤਾ, ਤੇ ਉਸ ਉਪਦੇਸ਼ ਦੇ ਕਰਕੇ ਜਿਹੜਾ ਸੀ ਉਹ ਮਨ ਨੂੰ ਚਾਹੀਦਾ ਸੀ ਕਿ ਉਹ ਉਸ ਰਸਤੇ 'ਤੇ ਤੁਰ ਪੈਂਦਾ ਕਿ ਹਾਂ ਮੈਂ ਸੰਗਤ 'ਚ ਸੁਣ ਕੇ ਆਇਆ, ਮੈਂ ਕਥਾ 'ਚ ਕੀਰਤਨ ਦੇ ਵਿੱਚ ਸੁਣਿਆ ਕਿ ਨਾਮ ਜਪਿਆ ਕਰੋ। ਪਰ ਆ ਕਰਕੇ ਜਿਹੜਾ ਸੀ ਫਿਰ ਉਸੇ ਤਰ੍ਹਾਂ ਰਾਤ ਸੁੱਤਿਆਂ ਲੰਘ ਗਈ, ਦਿਨ ਵੀ ਕੰਮਕਾਰ ਝੂਠ ਦੇ ਵਿੱਚ, ਫਰੇਬ ਦੇ ਵਿੱਚ, ਧੋਖਿਆਂ ਦੇ ਵਿੱਚ ਲੰਘ ਗਿਆ। ਫਿਰ ਉਹ ਐਸੀ ਸੰਗਤ ਕੀਤੀ ਦਾ ਅਸਰ ਮਹਾਰਾਜ ਕਹਿੰਦੇ ਨੇ ਕੀ ਹੋਵੇਗਾ।
ਧਾਰਮਿਕ ਗ੍ਰੰਥ ਸੁਣਿਆ ਕੁਛ ਕੱਲਾ ਪ੍ਰਾਪਤ ਨਹੀਂ ਹੋਏਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਧਾਰਮਿਕ ਗ੍ਰੰਥ ਜੋ ਕਹਿੰਦੇ ਪਏ ਨੇ ਉਹ ਮੰਨਣਾ ਜ਼ਰੂਰ ਪੈਣਾ ਹੈ। ਸੁਣਿਆ, ਮੰਨਿਆ, ਮਨ ਕੀਤਾ ਪਾਓ। ਸੁਣੋ ਤੇ ਸੁਣਨ ਤੋਂ ਬਾਅਦ ਉਹਨੂੰ ਮੰਨਣਾ ਕਰੋ। ਮੰਨਣ ਤੋਂ ਬਾਅਦ ਉਹਨੂੰ ਹਿਰਦੇ ਵਿੱਚ ਵਸਾ ਲਓ ਕਿ ਗੁਰੂ ਆਹ ਉਪਦੇਸ਼ ਦਿੰਦਾ ਹੈ, ਅਸੀਂ ਇਸ ਉਪਦੇਸ਼ ਤੇ ਤੁਰਨਾ ਹੈ। ਦੁਰਲੱਭ ਦੇਹ ਪਾਏ ਮਾਨਸ ਕੀ, ਬਿਰਥਾ ਜਨਮ ਸਰਾਵੇ। ਮਹਾਰਾਜ ਕਹਿੰਦੇ ਨੇ ਕਿ ਇਹ ਸਰੀਰ ਮਨੁੱਖਾ ਮਿਲ ਜਾਣਾ ਇਹ ਕੋਈ ਛੋਟੀ ਗੱਲ ਨਹੀਂ। ਅਸੀਂ ਚਲੋ ਵੇਖਾਂਗੇ ਸੰਸਾਰ ਦੇ ਵਿੱਚ ਕਿ ਕਿੰਨੀ ਆਬਾਦੀ ਹੋ ਗਈ, ਕਿੰਨੇ ਦੇਸ਼ ਦੀ ਕਿੰਨੀ ਜਨਸੰਖਿਆ ਹੋ ਗਈ, ਲੋਕ ਨਿਤ ਨਵਾਂ ਜੀ ਜਿਹੜਾ ਹੈ ਉਹ ਸੰਸਾਰ ਦੇ ਉੱਤੇ ਆਉਂਦਾ ਪਿਆ ਹੈ। ਇੱਥੋਂ ਤੱਕ ਕਿ ਜਿਸ ਦਿਨ ਸਾਡਾ ਜਨਮ ਹੋਇਆ ਉਸ ਦਿਨ ਸਾਡੇ ਨਾਲ ਕਈ ਐਸੇ ਕੰਨ ਸੀ ਜਿਹੜੇ ਮਾਂ ਦੇ ਉਦਰ ਤੱਕ ਪਹੁੰਚਣਾ ਚਾਹੁੰਦੇ ਸੀ, ਪਰ ਪ੍ਰਮਾਤਮਾ ਨੇ ਸਾਨੂੰ ਚੁਣ ਕਰਕੇ ਇਹ ਮਨੁੱਖਾ ਸਰੀਰ ਦਾ ਅਵਸਰ ਦੇ ਦਿੱਤਾ। ਮਹਾਰਾਜ ਕਹਿੰਦੇ ਦੁਰਲੱਭ ਦੇਹ ਪਾਏ ਮਾਨਸ ਕੀ। ਦੁਰਲੱਭ ਦੇ ਅਰਥ ਜੇ ਸੌਖੇ ਸ਼ਬਦਾਂ 'ਚ ਕਰਨੇ ਹੋਣ ਤਾਂ ਇਹ ਹੁੰਦੇ ਨੇ ਕਿ ਜਿਹੜੀ ਚੀਜ਼ ਲੱਭਿਆ ਨਹੀਂ ਲੱਭ ਸਕਦੀ, ਮੁੱਲ ਦਿੱਤਿਆਂ ਵੀ ਪ੍ਰਾਪਤ ਨਹੀਂ ਹੋ ਸਕਦੀ, ਖਰੀਦੀ ਨਹੀਂ ਜਾ ਸਕਦੀ। ਆਪਣੀ ਸਾਡੀ ਕੋਈ ਤਾਕਤ ਨਹੀਂ ਕਿ ਅਸੀਂ ਇਸ ਮਨੁੱਖਾ ਸਰੀਰ ਨੂੰ ਪ੍ਰਾਪਤ ਰੱਬ ਤੋਂ ਸਿੱਧੇ ਕਰ ਸਕੀਏ। ਇਹ ਤਾਂ ਉਹਦਾ ਕਿਰਪਾ ਹੈ ਕਿ ਉਹ ਸਾਡੇ 'ਤੇ ਤਰੁੱਟ ਕਰਕੇ ਸਾਨੂੰ ਮਨੁੱਖਾ ਸਰੀਰ ਦੇ ਦਿੱਤਾ। ਪਰ ਅੱਗੇ ਅਸੀਂ ਆ ਕੇ ਇਸ ਸਰੀਰ ਤੋਂ ਕੋਈ ਲਾਭ ਲੈਂਦੇ ਹਾਂ ਕਿ ਇਕੱਲਾ ਸਰੀਰ ਨੂੰ ਇੱਕ ਮਸ਼ੀਨ ਬਣਾ ਕਰਕੇ ਤੇ ਕੇਵਲ ਪੈਸੇ ਧਨ ਕਮਾਉਣ ਤੱਕ ਸੀਮਤ ਹਾਂ। ਦੁਰਲੱਭ ਦੇਹ ਪਾਏ ਮਾਨਸ ਕੀ, ਬਿਰਥਾ ਜਨਮ ਸਿਰਾਵੇ। ਮਹਾਰਾਜ ਕਹਿੰਦੇ ਨੇ ਮਿਲਿਆ ਤੇ ਉਹ ਸਰੀਰ ਸੀ ਜਿਹੜਾ ਦੁਰਲੱਭ ਸੀ, ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਬਿਰਥਾ ਜਨਮ ਸਿਰਾਵੇ। ਸਾਰਾ ਜਨਮ, ਸਾਰੀ ਜ਼ਿੰਦਗੀ, ਜਿੰਨੇ ਸਵਾਸ ਮਿਲੇ ਸੀ ਉਹ ਸਾਰੇ ਵਿਅਰਥ ਹੀ ਤੁਰੇ ਗਏ, ਵਿਅਰਥ ਹੀ ਤੁਰੇ ਜਾ ਰਹੇ ਨੇ, ਵਿਅਰਥ ਹੀ ਲੰਘਦੇ ਜਾ ਰਹੇ ਨੇ। ਮਹਾਰਾਜ ਕਹਿੰਦੇ ਨੇ ਮਾਇਆ ਮੋਹ ਮਹਾ ਸੰਕਟ ਬਨ, ਤਾਂ ਸਿਉ ਰੁਚ ਉਪਜਾਵੇ। ਮਹਾਰਾਜ ਕਹਿੰਦੇ ਨੇ ਕਿ ਹਰ ਵੇਲੇ ਜੀਵ ਦੇ ਅੰਦਰ ਵਿਕਾਰ ਚੱਲਦੇ ਨੇ, ਤ੍ਰਿਸ਼ਨਾ ਚੱਲਦੀ ਹੈ, ਮਾਇਆ ਦੀ ਖਿੱਚ ਲਾਲਸਾ ਚੱਲਦੀ ਹੈ, ਮੋਹ ਚੱਲਦਾ ਹੈ। ਇਸ ਮਹਾ ਸੰਕਟ ਮਾਇਆ ਦੇ ਵਿੱਚ ਮਹਾਰਾਜ ਕਹਿੰਦੇ ਨੇ ਜੀਵ ਫਸਿਆ ਹੈ, ਤਾਂ ਸਿਉ ਰੁਚ ਉਪਜਾਵੇ। ਕਹਿੰਦੇ ਨੇ ਰੁਚੀ ਸੁਭਾਅ ਜਿਹੜਾ ਹੈ ਉਹ ਸੁਭਾਅ ਇਸ ਮਾਇਆ ਦੇ ਵਿੱਚ ਫਸਿਆ ਪਿਆ ਹੈ, ਛਲ ਦੇ ਵਿੱਚ ਫਸਿਆ ਪਿਆ ਹੈ। ਅੰਤਰ ਬਾਹਰ ਸਦਾ ਸੰਗ ਪ੍ਰਭ, ਤਿਆਂ ਸਿਉ ਨੇਹੋ ਨਾ ਲਾਵੇ। ਕੱਲਾ ਰੱਬ ਬਾਹਰ ਨਹੀਂ, ਕੱਲਾ ਰੱਬ ਅੰਦਰ ਵੀ ਨਹੀਂ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਅੰਤਰ ਬਾਹਰ, ਅੰਦਰ ਵੀ ਤੇ ਬਾਹਰ ਜਿੱਧਰ ਵੀ ਕਿਤੇ ਦੇਖਾਂਗੇ ਹਰ ਥਾਂ ਤੇ ਰੱਬ ਜਿਹੜਾ ਹੈ ਉਹ ਦਿਖਾਈ ਦਿੰਦਾ ਹੈ। ਅੰਤਰ ਬਾਹਰ ਸਦਾ ਸੰਗ ਪ੍ਰਭ, ਤਾਂ ਸਿਉ ਨੇਹੋ ਨਾ ਲਾਵੇ। ਨੇਹੋ ਤੋਂ ਭਾਵ ਹੁੰਦਾ ਹੈ ਕਿ ਪ੍ਰੇਮ ਨਹੀਂ ਪਾਉਂਦਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਰੇ ਮਨ ਕਿਉਂ ਛੂਟੇ ਬਿਨ ਪਿਆਰ। ਮਹਾਰਾਜ ਕਹਿੰਦੇ ਨੇ ਇਸ ਪ੍ਰੇਮ ਤੋਂ ਬਗੈਰ, ਇਸ ਨੇਹ ਤੋਂ ਬਗੈਰ, ਇਸ ਪਰਮਾਤਮਾ ਦੇ ਨਾਮ ਦੇ ਵਿੱਚ ਜੁੜਨ ਤੋਂ ਬਗੈਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿਵੇਂ ਇਹ ਦੁਰਲੱਭ ਦੇਹ ਜਿਹੜੀ ਹੈ, ਇਹ ਮਨੁੱਖਾ ਸਰੀਰ ਜਿਹੜਾ ਹੈ ਕਿਵੇਂ ਸਫਲਾ ਹੋਵੇਗਾ। ਨਾਨਕ ਮੁਕਤ ਤਾਹੇ ਤੁਮ ਮਾਨੋ, ਜਹ ਕਟ ਰਾਮ ਸਮਾਵੇ। ਬਲਾਕੀ ਦਾਸ ਦੀ ਮਾਂ ਕਹਿੰਦੀ ਹੈ ਕਿ ਸਤਿਗੁਰੂ ਮਹਾਰਾਜ ਮੁਕਤੀ ਕਿਵੇਂ ਮਿਲਦੀ ਹੈ, ਤੇ ਮਹਾਰਾਜ ਕਹਿੰਦੇ ਨੇ ਕਿ ਨਾਨਕ ਮੁਕਤ ਤਾਹੇ ਤੁਮ ਜਾਨੋ। ਤੁਸੀਂ ਉਹਨੂੰ ਤਾਹੇ ਤੁਮ ਮਾਨੋ, ਉਹਨੂੰ ਮੁਕਤ ਜਾਣ ਲਓ, ਉਹਨੂੰ ਸਮਝ ਲਓ ਕਿ ਉਹ ਜਿਉਂਦਿਆਂ ਜੀ ਮੁਕਤ ਹੋ ਗਿਆ। ਕੌਣ ਮਹਾਰਾਜ ਹੁੰਦਾ ਹੈ? ਜਹ ਘਟ ਰਾਮ ਸਮਾਵੇ। ਜਿੰਦੇ ਘਟ ਦੇ ਇੱਥੇ ਅਰਥ ਨੇ ਕਿ ਹਿਰਦਾ, ਮਨ। ਜਿਸ ਦੇ ਮਨ ਦੇ ਵਿੱਚ, ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਸਮਾ ਜਾਂਦਾ ਹੈ, ਪਰਮਾਤਮਾ ਦਾ ਨਾਮ ਵਸ ਜਾਂਦਾ ਹੈ। ਨਾਮ ਹਿਰਦੇ ਵਿੱਚ ਵਸਦਾ ਹੈ ਤੇ ਜੀਵ ਦੇ ਹਿਰਦੇ ਵਿੱਚ ਵਸਦਾ ਹੈ, ਤੇ ਜੀਵ ਦਾ ਮਨ ਜਿਹੜਾ ਹੈ ਉਹ ਪਰਮਾਤਮਾ ਵਿੱਚ ਜਾ ਕੇ ਵਸ ਜਾਂਦਾ ਹੈ। ਨਾਮ ਹਿਰਦੇ ਵਿੱਚ ਸਮਾਉਂਦਾ ਹੈ, ਤੇ ਜਿਸ ਦੇ ਹਿਰਦੇ ਵਿੱਚ ਨਾਮ ਸਮਾ ਜਾਏ ਉਹ ਸਦਾ ਵਾਸਤੇ ਫਿਰ ਰੱਬ ਦੇ ਵਿੱਚ ਸਮਾ ਜਾਂਦਾ ਹੈ। ਨਾਮ ਹਿਰਦੇ ਵਿੱਚ ਸਮਾਉਣ ਦੇ ਨਾਲ ਸਦਾ ਵਾਸਤੇ ਜੀਵ ਜਿਹੜਾ ਹੈ ਉਹ ਨਾਮ ਦੇ ਵਿੱਚ ਸਮਾ ਜਾਂਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਉਸ ਬੁਲਾਕੀ ਦਾਸ ਜਿਹੜੇ ਮਸੰਦ ਨੇ ਗੁਰੂ ਘਰ ਦੇ, ਉਹਦੀ ਮਾਤਾ ਨੇ ਜਦੋਂ ਉਪਦੇਸ਼ ਮੰਗਿਆ, ਇਸ ਤੋਂ ਬਾਅਦ ਵਿੱਚ ਉਹਨਾਂ ਨੇ ਕਿਰਪਾ ਕੀਤੀ, ਬੇਨਤੀ ਕੀਤੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਕਿ ਮਹਾਰਾਜ ਆਪ ਕਿਰਪਾ ਕਰੋ,
ਕਿ ਸ਼ਬਦ ਦੇ ਵਿੱਚ ਤਾਂ ਆਪ ਜੀ ਦੇ ਦਰਸ਼ਨ ਹੁੰਦੇ ਨੇ, ਪਰ ਮਹਾਰਾਜ ਆਪ ਜੀ ਦੇ ਜੇ ਸਰੂਪ ਦੇ ਦਰਸ਼ਨ ਕਰਨੇ ਹੋਵਨ, ਆਪ ਜੀ ਦੇ ਚਿਹਰੇ ਦੇ, ਆਪ ਜੀ ਦਾ ਮਹਾਰਾਜ ਜਿਹੜਾ ਸਰੀਰ ਦੇ ਦਰਸ਼ਨ ਕਰਨੇ ਹੋਣ, ਤੇ ਸਤਿਗੁਰੂ ਮਹਾਰਾਜ ਕਿਵੇਂ ਹੋ ਸਕਦੇ ਨੇ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਫਿਰ ਮਾਤਾ ਨੇ ਬੇਨਤੀ ਕੀਤੀ, ਮਹਾਰਾਜ ਮੈਂ ਚਾਹੁੰਦੀ ਹਾਂ ਕਿ ਆਪ ਜੀ ਦੇ ਸਰੂਪ ਦੀ ਇੱਕ ਤਸਵੀਰ ਬਣਾ ਲਵਾਂ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਆਗਿਆ ਦਿੱਤੀ। ਇੱਥੋਂ ਇਸ ਇਲਾਕੇ ਢਾਕੇ ਦਾ ਜਿਹੜਾ ਸੀ ਨਵਾਬ ਸ਼ਾਇਸਤਾ ਖਾਨ ਜਿਹੜਾ ਸੀ, ਉਹ ਵੀ ਦਰਸ਼ਨਾਂ ਵਾਸਤੇ ਆਇਆ ਸੀ। ਤੇ ਬੁਲਾਕੀ ਦਾਸ ਦਾ ਰਸੂਖ ਜਿਹੜਾ ਸੀ ਨਾ, ਨਵਾਬ ਦੇ ਨਾਲ ਵੀ ਬਹੁਤ ਨੇੜਤਾ ਸੀ ਉਸਦੀ। ਉਹਨੇ ਬੇਨਤੀ ਕੀਤੀ ਜਿਸ ਵੇਲੇ ਮਾਈ ਨੇ, ਤੇ ਸਤਿਗੁਰੂ ਮਹਾਰਾਜ ਹਾਮੀ ਭਰ ਦਿੱਤੀ, ਸਤਿਗੁਰੂ ਜੀ ਨੇ ਇਜਾਜ਼ਤ ਦੇ ਦਿੱਤੀ। ਨਵਾਬ ਸ਼ਾਇਸਤਾ ਖਾਨ ਨੇ ਇੱਕ ਬੜੇ ਵਧੀਆ ਆਲਾ ਦਰਜੇ ਦਾ ਜਿਹੜਾ ਫੋਟੋ ਬਣਾਉਣ ਵਾਲਾ ਪੇਂਟਰ ਸੀ, ਉਹਨੂੰ ਜਿਹੜਾ ਸੀ ਉਹ ਪ੍ਰਬੰਧ ਕਰਾ ਦਿੱਤਾ ਕਿ ਫੋਟੋ ਬਣਾਏਗਾ। ਮਹਿਮਾ ਪ੍ਰਕਾਸ਼ ਦਾ ਲਿਖਾਰੀ ਕਹਿੰਦਾ, ਬੜਾ ਲਿਖਾਰੀ ਲਿਆਈ ਮਾਈ, ਸਤਿਗੁਰ ਹਜੂਰ ਤਸਵੀਰ ਲਿਖਾਈ। ਮਹਾਰਾਜ ਜੀ ਦੇ ਸਨਮੁਖ ਜਿਹੜਾ ਸੀ ਉਹ ਲਿਖਾਰੀ ਨੂੰ, ਉਸ ਪੇਂਟਰ ਨੂੰ ਲਿਆਂਦਾ ਗਿਆ। ਉਹ ਮਾਈ ਲੈ ਕਰਕੇ ਆਏ ਤੇ ਸਤਿਗੁਰੂ ਮਹਾਰਾਜ ਜੀ ਦੀ ਤਸਵੀਰ ਜਿਹੜੀ ਸੀ ਬਣਾਉਣੀ ਸ਼ੁਰੂ ਕਰ ਦਿੱਤੀ। ਤਸਵੀਰ ਬਣਾਉਂਦਿਆਂ ਸਤਿਗੁਰੂ ਮਹਾਰਾਜ ਜੀ ਦੇ ਸਗਲ ਅੰਗ ਬਸਤਰ ਸ਼ੁਭ ਲਿਖਾ। ਸਤਿਗੁਰੂ ਮਹਾਰਾਜ ਜੀ ਦੇ ਅੰਗ ਬਣਾਏ, ਸਤਿਗੁਰੂ ਮਹਾਰਾਜ ਜੀ ਦੇ ਚਰਨ ਬਣਾਏ, ਮਹਾਰਾਜ ਜੀ ਦੇ ਬਸਤਰ ਬਣਾਏ, ਸਤਿਗੁਰੂ ਮਹਾਰਾਜ ਜੀ ਦੇ ਹਸਤ ਕਮਲ ਬਣਾਏ। ਮੁਖ ਕਮਲ ਪ੍ਰਭਾ ਨਹੀਂ ਲਿਖ ਸਕਾ। ਤੇ ਕਹਿੰਦੇ ਇਤਿਹਾਸਕਾਰ ਮਹਿਮਾ ਪ੍ਰਕਾਸ਼ ਦਾ ਕਰਤਾ ਲਿਖਦਾ ਹੈ ਕਿ ਸਤਿਗੁਰੂ ਮਹਾਰਾਜ ਜੀ ਦਾ ਜਦੋਂ ਉਹਨੇ ਚਲੋ ਤਸਵੀਰ ਸਾਰੀ ਬਣਾ ਲਈ, ਪਰ ਜਦੋਂ ਚਿਹਰਾ ਬਣਾਉਣਾ ਸੀ ਨਾ ਸਤਿਗੁਰੂ ਮਹਾਰਾਜ ਜੀ ਦਾ, ਤੇ ਉਹ ਬਰਸ਼ ਲੈ ਕੇ ਤੇ ਉਸ ਕਾਗਜ਼ ਦੇ ਉੱਤੇ ਬਣਾਉਣ ਦੀ ਕੋਸ਼ਿਸ਼ ਕਰੇ, ਪਰ ਮਹਾਰਾਜ ਜੀ ਦੇ ਚਿਹਰੇ ਦੇ ਉੱਤੇ ਧਿਆਨ ਨਾ ਟਿਕੇ। ਮਹਾਰਾਜ ਜੀ ਦੇ ਚਿਹਰੇ ਦੀ ਆਬਾ ਇੰਨੀ ਸੀ ਕਿ ਚਿਹਰਾ ਨਾ ਬਣਾ ਹੋਵੇ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਦੇਖ ਦਿਆਲ ਕਲਮ ਹੱਥ ਲੀਨਾ। ਦਿਆਲ ਸਤਿਗੁਰੂ ਨੇ, ਕਿਰਪਾਲੂ ਸਤਿਗੁਰੂ ਜੀ ਨੇ ਕਿਰਪਾ ਕੀਤੀ। ਮਹਾਰਾਜ ਜੀ ਨੇ ਉਸ ਪੇਂਟਰ ਤੋਂ, ਉਸ ਆਰਟਿਸਟ ਤੋਂ ਸਤਿਗੁਰੂ ਮਹਾਰਾਜ ਜੀ ਨੇ ਕਲਮ ਲੈਣਾ ਕੀਤੀ। ਮਹਾਰਾਜ ਜੀ ਆਪ ਕਲਮ ਹੱਥ ਵਿੱਚ ਫੜੀ, ਕਲਮ ਹੱਥ ਲੀਨਾ, ਨਿਜ ਹਾਥ ਸੁਧਾਰ ਸੰਪੂਰਨ ਕੀਨਾ। ਇਹ ਜਿਵੇਂ ਕਹਿ ਸਕਦੇ ਹਾਂ ਕਿ ਸੈਲਫ ਪੋਰਟਰੇਟ, ਇਹ ਦੁਨੀਆ ਦਾ ਪਹਿਲਾ ਕੋਈ ਐਸੀ ਤਸਵੀਰ ਸੀ ਜਿਹੜੀ ਆਪਣੀ ਖੁਦ ਕਿਸੇ ਨੇ ਬਣਾਈ ਹੋਵੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਹਾਥ, ਨਿਜ ਹਾਥ ਸੁਧਾਰ ਸੰਪੂਰਨ ਕੀਨਾ, ਆਪਣੇ ਹੱਥ ਵਿੱਚ ਉਹ ਕਲਮ, ਉਹ ਬਰਸ਼ ਲੈ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਉਹ ਆਪਣੀ ਤਸਵੀਰ ਨੂੰ ਜਿਹੜਾ ਸੀ ਸੰਪੂਰਨ ਕੀਤਾ। ਤਬ ਮਾਈ ਕੋ ਮੂਰਤ ਪ੍ਰਭ ਦੀਨ। ਸਤਿਗੁਰੂ ਮਹਾਰਾਜ ਨੇ ਫਿਰ ਉਹ ਜਿਹੜੀ ਬਣਾਈ ਤਸਵੀਰ ਸੀ, ਜਿਹੜੀ ਸਤਿਗੁਰੂ ਮਹਾਰਾਜ ਨੇ ਉਸ ਮਾਈ ਨੂੰ ਦੇਣਾ ਕੀਤੀ। ਸਤਿਗੁਰੂ ਇਤਿਹਾਸਕਾਰ ਵਿਦਵਾਨ ਲਿਖਦੇ ਨੇ ਕਿ ਅੱਜ ਵੀ ਉਹ ਜਿਹੜੀ ਤਸਵੀਰ ਹੈ ਉਹ ਕਲਕੱਤਾ ਦੇ ਵਿਕਟੋਰੀਆ ਅਜਾਇਬ ਘਰ ਦੇ ਵਿੱਚ ਬਿਲਕੁਲ ਸੁਰੱਖਿਅਤ ਪਈ ਹੈ। ਉਹ ਜਿਹੜੀ ਤਸਵੀਰ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਖੁਦ ਬਣਾਈ ਹੈ। ਢਾਕੇ ਦੇ ਵਿੱਚ ਮਹਾਰਾਜ ਜੀ ਇਹ ਤਸਵੀਰ ਬਣਾਉਂਦੇ ਨੇ। ਬੁਲਾਕੀ ਦਾਸ ਦੀ ਮਾਂ ਬੇਨਤੀ ਕਰਦੀ ਹੈ, ਨਵਾਬ ਸ਼ਾਇਸਤਾ ਖਾਨ ਜਿਹੜਾ ਹੈ ਉਹ ਪ੍ਰਬੰਧ ਕਰਦਾ ਹੈ ਤਸਵੀਰ ਬਣਾਉਣ ਵਾਲੇ ਦਾ, ਤੇ ਸਤਿਗੁਰੂ ਮਹਾਰਾਜ ਜਿਹੜੀ ਇਹ ਤਸਵੀਰ ਬਣਾਈ, ਉਹਦੇ ਵਿਦਵਾਨ ਕਹਿੰਦੇ ਨੇ ਕਿ ਤਸਵੀਰ ਦੇ ਹੱਥ ਪੈਰ ਦਾ ਜੋ ਵੀ ਬਾਕੀ ਜਿਹੜਾ ਢਾਂਚਾ ਬਣਾਇਆ ਗਿਆ ਉਸ ਪੇਂਟਰ ਵੱਲੋਂ ਉਹ ਫਿੱਕਾ ਪੈ ਗਿਆ, ਪਰ ਚਿਹਰੇ ਦਾ ਜਿਹੜੇ ਰੰਗ ਨੇ ਉਹ ਅੱਜ ਵੀ ਬਿਲਕੁਲ ਉਜਲੇ ਨੇ, ਅੱਜ ਵੀ ਇਵੇਂ ਨੇ ਜਿਵੇਂ ਹੁਣੇ ਬਣੀ ਹੋਵੇ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ। ਆਓ ਅਰਦਾਸ ਕਰੀਏ ਮਹਾਰਾਜ ਜੀ ਦੇ ਚਰਨਾਂ 'ਚ ਅੰਤ ਦੇ ਵਿੱਚ ਕਿ ਕਿਰਪਾ ਕਰੋ ਸਤਿਗੁਰੂ ਮਹਾਰਾਜ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ